Okay, so very good morning, students. We'll start with the topic internet domain. ठीक है, so पिछले लेक्चर ਦੇ ਵਿੱਚ ਵੀ ਆਪਾਂ ਕੁਝ ਇੰਟਰਨੈਟ ਡੋਮੇਨ ਬਾਰੇ ਗੱਲ ਕੀਤੀ ਸੀ। ਸੋ ਦੁਬਾਰਾ ਤੋਂ ਇਸ ਟੌਪਿਕ ਨੂੰ ਦੇਖਦੇ ਹਾਂ। ਇੰਟਰਨੈਟ ਡੋਮੇਨ ਬੇਸਿਕਲੀ ਕੀ ਹੁੰਦੀਆਂ ਨੇ, ਜਿਵੇਂ ਮੈਂ ਪਹਿਲਾਂ ਪਿਛਲੇ ਲੈਕਚਰ ਦੇ ਵਿੱਚ ਗੱਲ ਕੀਤੀ ਹੈ ਕਿ ਡੋਮੇਨ ਨੇਮ ਸਿਸਟਮ ਹੈ ਜੋ that is important because of the fact ਕਿ ਜੋ ਹਿਊਮਨ ਨੇਚਰ ਹੈ ਉਸ ਦੇ ਅਕੋਰਡਿੰਗਲੀ ਜੋ ਅਸੀਂ ਨੰਬਰਸ ਨੇ ਉਹਨਾਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਟੋਰ ਨਹੀਂ ਕਰ ਸਕਦੇ। ਫॉर एग्जांपल ਮੋਬਾਈਲ ਨੰਬਰਸ ਨੂੰ ਵੀ ਅਸੀਂ ਜ਼ਿਆਦਾ ਆਪਣੇ ਦਿਮਾਗ ਦੇ ਵਿੱਚ ਸਟੋਰ ਨਹੀਂ ਕਰਕੇ ਰੱਖ ਸਕਦੇ। ਦੈਟਸ ਵਾਈ ਵੀ ਨੀਡ ਦ ਫੋਨ ਬੁక్స్, ਠੀਕ ਹੈ ਨਾ। ਐਂਡ ਕਿਉਂਕਿ ਆਪਾਂ ਨੂੰ ਪਤਾ ਕਿ ਹਰ ਇੱਕ ਮਸ਼ੀਨ ਜੋ ਹੈ, ਚਾਹੇ ਉਹ ਰਾਊਟਰ ਹੈ, ਚਾਹੇ ਉਹ ਕੰਪਿਊਟਿੰਗ ਡਿਵਾਈਸ ਹੈ, ਚਾਹੇ ਉਹ ਕੰਪਿਊਟਰ ਲੈਪਟਾਪ, ਜੋ ਵੀ ਡਿਵਾਈਸ ਇਦਾਂ ਦੀ ਹੈ, ਉਸ ਨੂੰ ਆਈਪੀ ਐਡਰੈਸ ਤਾਂ ਸਾਈਨ ਹੋਣਾ ਹੀ ਹੋਣਾ ਹੈ ਅਗਰ ਉਹ ਨੈਟਵਰਕ ਦੇ ਉੱਪਰ ਹੈ। ਤੇ ਹਰ ਇੱਕ ਮਸ਼ੀਨ ਦੇ ਆਈਪੀ ਐਡਰੈਸ ਯਾਦ ਰੱਖਣਾ ਇਜ਼ ਨਾਟ ਫੀਜ਼ੀਬਲ, ਪ੍ਰੈਕਟੀਕਲ ਵੀ ਨਹੀਂ ਹੈ। ਇਸ ਕਰਕੇ ਇਸ ਦਾ ਇੱਕ ਅਲਟਰਨੇਟਿਵ ਲੱਭਿਆ ਗਿਆ ਐਂਡ ਇਸ ਦਾ ਇੱਕ ਅਲਟਰਨੇਟਿਵ ਬਣਾਇਆ ਗਿਆ, ਦੈਟ ਇਜ਼ ਡੋਮੇਨ ਨੇਮ। ਸੋ ਡੋਮੇਨ ਨੇਮ ਦਾ ਮਤਲਬ ਆਪਣੇ ਕੋਲ ਕੀ ਹੁੰਦਾ ਬੇਟਾ, ਕਿ ਜਿਹੜਾ ਆਪਾਂ ਬ੍ਰਾਊਜ਼ਰ ਦੇ ਵਿੱਚ ਜੋ ਵੀ ਆਪਾਂ ਨਾਮ ਯੂਜ਼ ਕਰਦੇ ਹਾਂ, ਠੀਕ ਹੈ ਨਾ। ਸੋ ਲਾਈਕ ਦਿਸ mail.google.com, ਠੀਕ ਹੈ। ਸੋ ਦਿਸ ਇਜ਼ ਕਾਲਡ ਡੋਮੇਨ ਨੇਮ। ਐਂਡ ਉਸ ਤੋਂ ਬਾਅਦ ਬੇਟਾ ਇਸ ਡੋਮੇਨ ਨੇਮ ਨੂੰ ਜਦੋਂ ਅਸੀਂ ਬ੍ਰਾਊਜ਼ਰ ਦੇ ਵਿੱਚ ਐਂਟਰ ਕਰਦੇ ਹਾਂ ਤਾਂ ਇਸ ਦੇ ਕੋਰਸਪੋਂਡਿੰਗ ਜੋ ਵੀ ਆਈਪੀ ਐਡਰੈਸ ਹੁੰਦਾ ਹੈ ਉਹ ਲੋਕੇਟ ਕੀਤਾ ਜਾਂਦਾ। ਦੈਟ ਇਜ਼ ਅ ਪ੍ਰੋਸੈਸ। there is a process for locating this IP address which is performed by DNS, that is domain name system, ठीक है। वो इसਨੂੰ process ਨੂੰ perform ਕਰਦੇ हैं, domain name system DNS। this domain name is also divided into different parts। इसਨੂੰ भी different parts ਦੇ ਵਿੱਚ divide ਕੀਤਾ ਜਾਂਦਾ ਬੇਟਾ। ਇਹਦੀ hierarchy set ਹੁੰਦੀ ਹੈ, this is called hierarchy। so ਇਹ ਜਿਹੜਾ ਤੁਸੀਂ tree like structure ਦੇਖ ਰਹੇ ਹੋ, this tree like structure basically represents the hierarchy। so at the top level there is a dot, ਠੀਕ ਹੈ ਨਾ। ਅਸੀਂ ਜਨਰਲੀ ਇਹ ਡਾਟ ਪਾਉਂਦੇ ਨਹੀਂ ਆ ਬ੍ਰਾਊਜ਼ਰ ਦੇ ਵਿੱਚ, ਅਸੀਂ ਕਦੇ ਡਾਟ ਹੀ ਪਾਉਂਦੇ ਨਹੀਂ। ਬਟ ਜਦੋਂ ਵੀ ਇਹ ਡੋਮੇਨ ਨੇਮ ਆਪਣੇ ਕੋਲ ਆਈਪੀ ਐਡਰੈਸ, ਇਸ ਤੋਂ ਕੋਰਸਪੋਂਡਿੰਗ ਅਗਰ ਆਈਪੀ ਐਡਰੈਸ ਲੱਭਣ ਲਈ ਇਹ ਡੋਮੇਨ ਨੇਮ ਜਦੋਂ ਵੀ ਜਾਂਦੀ ਹੈ ਤਾਂ ਇਸ ਦੇ ਨਾਲ ਇਹ ਐਡ ਕੀਤਾ ਜਾਂਦਾ ਹੈ ਡਾਟ। ਦਿਸ ਇਜ਼ ਬੇਸਿਕਲੀ ਰੂਟ, ਇਸ ਨੂੰ ਆਪਾਂ ਰੂਟ ਕਹਿੰਦੇ ਆ, ਠੀਕ ਹੈ। ਉਸ ਤੋਂ ਬਾਅਦ ਬੇਟਾ ਆ ਜਾਂਦੀ ਹੈ ਆਪਣੇ ਕੋਲ ਟੌਪ ਲੈਵਲ ਡੋਮੇਨ। ਦਿਸ ਇਜ਼ ਟੌਪ ਲੈਵਲ ਡੋਮੇਨ, com stands for commercial। and same wise there are other top level domains like org organization, net network, edu educational। and same wise there are country level domains like in au australia, ca canada। uh, such domain, you can say such top level domains which basically are specially designed for the different countries, ठीक है ना। so different countries accordingly different top level domains available होंगे। after that is the second one, that is your sub level domain। ਹੁਣ ਕਈ ਵਾਰ ਜਿਹੜੀ ਸਬ ਲੈਵਲ ਡੋਮੇਨਸ ਆ ਜਾਂਦੀਆਂ ਨੇ ਉਹ ਫॉर एग्जांपल ਅਗਰ ਆਪਾਂ .in ਲੈ ਰਹੇ ਹਾਂਗੇ ਤਾਂ ਉਸ ਤੋਂ ਬਾਅਦ .ac ਆ ਜਾਂਦਾ ਹੈ, that is ac stands for academics, ਠੀਕ ਹੈ ਨਾ। ਸੋ ਜਿਵੇਂ ਹੁਣ ਇੱਥੇ ਗੂਗਲ ਹੈ ਤਾਂ ਆਪਣੇ ਕੋਲ ਸੈਕਿੰਡ ਜੋ ਪਾਰਟ ਆ ਗਿਆ ਇਸ ਦਾ ਉਹ ਆ ਗਿਆ ਆਹ ਵਾਲਾ ਹਾਇਰਾਰਕੀ। ਹਾਇਰਾਰਕੀ ਹਮੇਸ਼ਾ ਇਧਰੋਂ ਥੋੜੇ ਰਾਈਟ ਹੈਂਡ ਸਾਈਡ ਤੋਂ ਸਟਾਰਟ ਹੋਏਗੀ, ਲੈਫਟ ਹੈਂਡ ਸਾਈਡ ਤੋਂ ਸਟਾਰਟ ਨਹੀਂ ਹੋਏਗੀ, ਇਹ ਯਾਦ ਰੱਖਣਾ ਹੈ। ਐਂਡ ਆਫਟਰ ਦੈਟ ਇਜ਼ ਦ ਸਪੈਸ਼ਲੀ, ਜਿਵੇਂ ਹੁਣ ਇੱਥੇ ਆਪਾਂ ਸਰਵਿਸ ਹੈ, ਫॉर एग्जांपल ਇੱਕ ਮੇਲ ਸਰਵਿਸ ਆਪਾਂ ਯੂਜ਼ ਕਰ ਰਹੇ ਹਾਂ ਤਾਂ ਆਪਾਂ ਮੇਲ ਦੇ ਵਿੱਚ ਆ ਗਏ। ਐਂਡ ਅਗਰ ਡਰਾਈਵ ਸਰਵਿਸਿਜ਼ ਯੂਜ਼ ਕਰ ਰਹੇ ਹੁੰਦੇ ਤਾਂ ਆਪਾਂ ਡਰਾਈਵ 'ਚ ਆ ਜਾਂਦੇ। ਲਾਈਕ ਸਪੋਰਟ ਸਰਵਿਸਿਜ਼ ਯੂਜ਼ ਕਰਦੇ ਹੁੰਦੇ ਤਾਂ ਸਪੋਰਟ 'ਚ ਆ ਜਾਂਦੇ। ਇੱਦਾਂ ਕਰਦੇ ਕਰਦੇ ਆਪਣੇ ਕੋਲ ਡਿਫਰੈਂਟ ਤਰ੍ਹਾਂ ਦੀਆਂ ਸਰਵਿਸਿਜ਼ ਨੇ, ਆਪਾਂ ਥਰਡ ਚੀਜ਼ ਉਸ ਨੂੰ ਡਿਨੋਟ ਕਰ ਸਕਦੇ ਹਾਂ ਸਰਵਿਸ। So internet domain is a part of the system in which internet addresses are linked to specific locations on the internet। so internet domain ਉਹ part ਹੈ system ਦਾ ਜਿੱਥੇ ਜਿਹੜੇ ਇੰਟਰਨੈਟ ਐਡਰੈਸਿਸ ਨੇ ਉਹ ਲਿੰਕ ਕੀਤੇ ਜਾਂਦੇ ਨੇ to some specific locations। and ਉਹ specific locations generally ਅਸੀਂ domain name ਦੀ form ਦੇ ਵਿੱਚ access ਕਰਦੇ ਹਾਂ। and after that the domain name will be converted back to the IP addresses। ਹਾਂਜੀ ਕਲੀਅਰ ਹੋ ਗਿਆ ਸੀ ਬੇਟਾ ਇਹ ਚੀਜ਼ ਸਾਰਿਆਂ ਨੂੰ? ਹਾਂਜੀ ਸਟੂਡੈਂਟਸ ਇਹ ਚੀਜ਼ ਕਲੀਅਰ ਸੀ? Yes sir। okay then moving on to the next one which is domain name system, ठीक है। सो जिस ਦੇ ਬਾਰੇ ਆਪਾਂ ਗੱਲ ਕਰ ਰਹੇ ਸੀ। so okay, so domain name system, here you can see the flow, ठीक है ना। you can see the various arrows depicting the flow and the locations have been marked, and so that's why we'll be covering the locations one by one according to their numbers। before that let's have a look on domain name system। so the domain name system is just like the phone book of the internet।
ਜਿਵੇਂ ਤੁਹਾਡੇ ਮੋਬਾਈਲਸ ਦੇ ਵਿੱਚ ਇੱਕ ਫੋਨ ਬੁੱਕ ਹੁੰਦੀ ਹੈ ਜਿਸ ਦੇ ਵਿੱਚ ਕਾਫੀ ਸਾਰੇ ਕੰਟੈਕਟ ਸਟੋਰ ਹੁੰਦੇ ਨੇ, ਜਿਵੇਂ ਮੰਨ ਲਓ ਤੁਹਾਡੇ ਮਦਰ ਹੈ, ਤੁਹਾਡੇ ਫਾਦਰ ਹੈ, ਉਹਨਾਂ ਦੇ ਕੋਰਸਪੋਂਡਿੰਗ ਤੁਸੀਂ ਨੰਬਰ ਸਟੋਰ ਕੀਤੇ ਹੋ। ਇਦਾਂ ਹੀ ਡੋਮੇਨ ਨੇਮ ਸਿਸਟਮ ਦੇ ਵਿੱਚ ਹਰ ਇੱਕ ਡੋਮੇਨ ਦੇ ਕੋਰਸਪੋਂਡਿੰਗ ਆਈਪੀ ਐਡਰੈਸਸ ਅਵੇਲੇਬਲ। ਸੋ ਦ ਡੋਮੇਨ ਨੇਮ ਸਿਸਟਮ ਬੇਸਿਕਲੀ ਟ੍ਰਾਂਸਲੇਟਸ the domain names to IP addresses so browsers can load the internet resources. So domain name की करता बेटा, domain names to DNS system जो है वो domain name ਨੂੰ IP address ਦੇ ਵਿੱਚ translate करता है so that ਜਿਹੜਾ browser ਹੈ ਉਹ ਉਸ IP address ਦੇ ਉੱਪਰ ਜੋ ਵੀ ਮਸ਼ੀਨ ਹੈ ਜਿਸ ਨੂੰ ਆਪਾਂ ਜੋ ਵੀ ਰਿਕੁਐਸਟ ਭੇਜੀ ਹੈ ਉਹ ਰਿਕੁਐਸਟ ਨੂੰ ਕੀ ਕਰ ਸਕੇ, ਲੋਡ ਕਰ ਸਕੇ ਆਪਣੇ ਬ੍ਰਾਊਜ਼ਰ ਦੇ ਤੇ ਇਨ ਰਿਜ਼ਲਟ ਆਪਾਂ ਨੂੰ ਉਹ ਜਿਹੜੀ पेज की आप डिमांड की है या वैब पेज डिमांड की है या कोई भी रिसोर्स आप डिमांड किया वो अपन ब्राउजर के ऊपर विजिबल हो जाए। सो द वेरी फर्स्ट पॉइंट जो है इतने नंबर देखो 1 है, दैट इज एंड यूजर। सो एंड यूजर कौन होंगे बेटा, जो मैं जो मान लो मैं ब्राउजर के ऊपर काम कर रहा हूँ, सो आई एम एक्टिंग एज एन एंड यूजर। एंड उस तो बाद मैं इतने की कर दांगा, मैं इतने लेट्स से वैबसाइट का नाम एंटर किया, डोमेन नेम एंटर की www.example.com। सो ये example.com बेटा किसको चलेगी, DNS रिजॉल्वर को चलेगी, ठीक है। सो दिस इज DNS रिजॉल्व। ओके, सो इस DNS रिजॉल्वर को चलेगी एंड आफ्टर दैट इसने बेटा की करना, सब तो पहला इसने भेजना है DNS रूट सर्वर, रूट नेम सर्वर, ठीक है। रूट नेम सर्वर ਨੂੰ ਕਿਉਂ ਭੇਜੇਗਾ, ताकि ਸਾਨੂੰ TLD पता लग सके। TLD इज व्हाट, TLD इज टॉप लेवल डोमेन। ਜਦੋਂ ਹੀ ਇਹ डोमेन नेम सिस्टम रूट नेम सर्वर को चली गई, DNS रूट सर्वर को चली गई, इसने ਲੱਭ ਕੇ ਦੇਤਾ ਕਿ ਜਿਹੜੀ ਇਸ ਦੀ ਟੌਪ ਲੈਵਲ ਡੋਮੇਨ ਹੈ ਜੀ ਉਹ ਕੀ ਹੈ, ਕੌਮ ਹੈ, ਕਮਰਸ਼ੀਅਲ ਹੈ। ਉਹਦੇ ਕੋਲ ਵਾਪਸ ਚਲੀ ਗਈ। ਹੁਣ ਇਹਨੇ ਫਿਰ ਡੋਮੇਨ ਨੇਮ ਜਿਹੜੀ ਹੈ ਉਹ ਵਾਪਸ ਭੇਜਤੀ, ਠੀਕ ਹੈ। ਕਿਸ ਕੋਲ ਭੇਜੀ, ਕਮਰਸ਼ੀਅਲ ਵਾਲੇ ਨੇਮ ਸਰਵਰ ਕੋਲ। ਸੋ ਨੇਮ ਸਰਵਰ ਫॉर ਕੌਮ TLD, ਠੀਕ ਹੈ। ਸੋ ਇਹ ਕੁਝ ਇਦਾਂ ਦਾ ਹੋ ਗਿਆ ਜਿਵੇਂ ਟੌਪ ਲੈਵਲ ਜਿਹੜੀ ਰੂਟ ਹੈ, रूट ਦੇ ਵਿੱਚ ਤਾਂ ਸਟੋਰ ਹੋਣਗੀਆਂ ਬੇਟਾ ਸਾਰੀਆਂ ਟੌਪ ਲੈਵਲ ਡੋਮੇਨਸ, ਲਾਈਕ ਕੌਮ ਹੋਗੀ, ਠੀਕ ਹੈ। ਉਸ ਤੋਂ ਬਾਅਦ ਲੈਟਸ ਸੇ ORG ਹੋਗੀ, ठीक है, एंड देन इन केस उस तो बाद लेट्स से EDU होगी। सो दीज आर द टॉप लेवल डोमेन्स। सो ये टॉप लेवल डोमेन्स किस स्टोर होणगियां, रूट वाले सर्वर च। एंड ਜਦੋਂ ਤੁਹਾਨੂੰ ਇਸ ਤੋਂ ਪਤਾ ਲੱਗ ਗਿਆ ਵੀ ਕਿਹੜੀ ਜਿਹੜੀ ਤੁਹਾਡੀ ਡੋਮੇਨ ਨੇਮ ਹੈ TLD ਕਿਹੜੀ ਹੈ, ਟੌਪ ਲੈਵਲ ਡੋਮੇਨ ਕਿਹੜੀ ਹੈ ਤੁਹਾਡੇ ਕੋਲ, ਉਹ ਜਦੋਂ ਤੁਹਾਨੂੰ ਵਨਸ ਯੂ ਗॉट ਦ ਇਨਫੋਰਮੇਸ਼ਨ, ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰੋਗੇ, ਨੈਕਸਟ ਕਮਿਊਨੀਕੇਸ਼ਨ ਤੁਸੀਂ ਉਸੇ ਕੋਲ ਜਾਓ। ਸੋ ਨੈਕਸਟ ਕਮਿਊਨੀਕੇਸ਼ਨ ਲੈਟਸ ਸੇ ਤੁਸੀਂ ਕੌਮ ਕੋਲ ਚਲੇ ਗਏ एंड कॉम ने कहा कि इस तो बाद तुसी किथे जाना है, तुसी 53 रूट नंबर नेम सर्वर के ऊपर जाना है। ये आप हाइपोथेटिकली अज्यूम किया बेटा, इस तरह के कई नेम सर्वर्स हो सकते हैं, ठीक है। सो रूट 53 को लेट्स से जाना है। फिर उस तो बाद फिफ्थ फेज च की हो रहा है, फिफ्थ स्टेप च की हो रहा है बेटा, जी example.com है वो दोबारा फिर रिक्वेस्ट भेजी जा रही है। हुण किस कोल भेजी जा रही है बेटा, रूट 53 वाले नेम सर्वर। ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਜੀ Amazon Route 53 ਨਾਮ ਦਾ ਨੇਮ ਸਰਵਰ ਹੈ ਜੀ, ਉਸ ਕੋਲ ਜਾਣਾ ਹੈ ਅਸੀਂ ਫਾਈਨਲੀ। ਐਂਡ ਫਾਈਨਲੀ ਫਿਰ ਇਹ ਕੀ ਕਰੇਗਾ ਬੇਟਾ, ਇਹ ਵਾਪਸ ਕੀ ਭੇਜੇਗਾ, ਇਹ ਵਾਪਸ ਆਪਾਂ ਨੂੰ IP ਐਡਰੈਸ ਭੇਜੇਗਾ। ਸੋ ਵਾਂਸ ਯੂ ਗॉट ਦਾ IP ਐਡਰੈਸ, ਸੋ IP ਐਡਰੈਸ ਮਿਲਣ ਤੋਂ ਬਾਅਦ ਇਹ ਕੀ ਕਰੇਗਾ, ਇਹ IP ਐਡਰੈਸ ਮਸ਼ੀਨ ਕੋਲ ਚਲਾ ਜਾਏਗਾ ਵਾਪਸ ਐਂਡ ਯੂਜ਼ਰ ਕੋਲ। ਜਦੋਂ ਐਂਡ ਯੂਜ਼ਰ ਕੋਲ IP ਐਡਰੈਸ ਚਲਾ ਗਿਆ, ਦੈਟ ਮੀਨਸ ਹੁਣ ਸਾਡੇ ਕੋਲ IP ਐਡਰੈਸ ਆ ਗਿਆ, ਠੀਕ ਹੈ ਨਾ। ਹੁਣ ਅਸੀਂ ਡਾਇਰੈਕਟਲੀ ਕੀ ਕਰਾਂਗੇ, ਹੁਣ ਅਸੀਂ ਰਿਕੁਐਸਟ ਕਿਸ ਨੂੰ ਭੇਜਾਂਗੇ ਡਾਇਰੈਕਟਲੀ। ਸੋ ਜਿਹੜੀ ਸਾਡੀ URL ਹੈ, ਇਸ ਨੂੰ ਬੇਟਾ ਕੰਪਲੀਟ ਨੂੰ URL ਕਹਿ ਦਿੰਦੇ ਆ ਐਂਡ ਇਨਿਕ ਨੂੰ ਆਪਾਂ ਡੋਮੇਨ ਨੇਮ ਕਹਿ ਦਿੰਦੇ, ਠੀਕ ਹੈ। URL ਬਾਰੇ ਵੀ ਮੈਂ ਦੱਸੂਗਾ, URL ਦੇ ਵਿੱਚ ਕੀ ਡਿਫਰੈਂਸ ਹੁੰਦਾ। ਸੋ ਇਹ ਜਿਹੜੀ ਡੋਮੇਨ ਨੇਮ ਦੇ ਲਈ ਆਪਾਂ ਕੰਮ ਕਰ ਰਹੇ ਸੀ, ਜਿਹੜੀ ਡੋਮੇਨ ਦਾ ਆਪਾਂ ਕੰਟੈਂਟ ਲੋਡ ਕਰਨਾ ਸੀ, ਹੁਣ ਸਾਨੂੰ ਉਸ ਦਾ IP ਐਡਰੈਸ ਵੀ ਮਿਲ ਗਿਆ। ਹੁਣ ਅਸੀਂ ਉਹ ਡੋਮੇਨ ਦੀ ਜਿਹੜੀ ਰਿਕੁਐਸਟ ਹੈ ਉਹ ਸਿੱਧੀ IP ਐਡਰੈਸ ਨੂੰ ਫਾਰਵਰਡ ਕਰਨਾ, ਠੀਕ ਹੈ। ਸੋ ਹੈਵ ਅ ਲੁੱਕ ਔਨ this particular portion। ਇੱਥੇ ਦੇਖੋਗੇ ਤਾਂ ਤੁਸੀਂ ਦੇਖੋਗੇ ਇੱਥੇ ਆਪਾਂ ਉਸੇ ਵੈਬ ਸਰਵਰ ਨੂੰ ਕੰਟੈਕਟ ਕਰ ਰਹੇ ਹਾਂ, ਠੀਕ ਹੈ। ਹੁਣ ਆਪਾਂ ਨੂੰ ਕੀ ਮਿਲੇਗਾ, ਹੁਣ example.com ਬੇਟਾ ਯਾਦ ਰੱਖਣਾ, ਜਦੋਂ ਵੀ ਕਿਸੇ ਵੈਬਸਾਈਟ ਨੂੰ ਅਸੀਂ ਹਿੱਟ ਕਰਦੇ ਹਾਂ ਤਾਂ ਹਮੇਸ਼ਾ ਜਿਹੜਾ ਉਹਦਾ ਇੰਡੈਕਸ ਪੇਜ ਹੁੰਦਾ ਬਾਈ ਡਿਫਾਲਟ ਜਿਹੜਾ ਵੀ ਆ ਵੈਬਸਾਈਟ ਬਣੀ ਹੋਈ ਹੈ, ਇਹ ਵੈਬਸਾਈਟ ਕਿਸੇ ਨਾ ਕਿਸੇ ਫੋਲਡਰ ਨੂੰ ਲਿੰਕ ਕਰ ਰਹੀ ਹੋਏਗੀ, ਠੀਕ ਹੈ। ਸੋ ਇਟ ਮਸਟ ਲਿੰਕ ਟੂ ਅ ਫੋਲਡਰ, ਠੀਕ ਹੈ ਨਾ। इस किसी ना किसी फोल्डर ਨੂੰ लिंक्ड होएगी एंड इन दैट फोल्डर अगर कोई रूल्स स्पेसिफाई नहीं किए हो, ठीक है, इफ नो रूल हैज बीन स्पेसिफाइड फॉर द पर्पस ऑफ लोडिंग द फाइल, ठीक है, ऑन द ब्राउजर, then by default इस फोल्डर ਦੇ ਵਿੱਚ
जो भी इंडेक्स फाइल प्रेजेंट है, इंडेक्स एक इंडेक्स नाम ਦੀ फाइल ਹੁੰਦੀ ਹੈ बेटा जनरली, अगर ਇਹ प्रेजेंट है, अगर ਤਾਂ प्रेजेंट नहीं ਹੈਗੇ ਤਾਂ ਫਿਰ ਕੀ ਹੋਏਗਾ, ਫਿਰ ਫੋਲਡਰ ਦੇ ਵਿੱਚ ਜਿੰਨੀਆਂ ਫਾਈਲਸ ਹੋਣਗੀਆਂ ਉਹਨਾਂ ਦੀਆਂ ਲਿਸਟ ਸ਼ੋ ਹੋ ਜਾਣਗੀਆਂ 1 2 3 4 5 ਕਰਕੇ, ਠੀਕ ਹੈ। ਜਾਂ ਫੋਲਡਰ ਦੇ ਵਿੱਚ ਤੁਸੀਂ ਅਗਰ ਰੂਲ ਸਪੈਸੀਫਾਈ ਕੀਤਾ ਹੋਇਆ ਕਿ ਆਹ ਵਾਲੀ ਫਾਈਲ ਖੁੱਲਣੀ ਚਾਹੀਦੀ ਹੈ, ਫਿਰ ਉਹ ਖੁੱਲ ਜਾਏਗੀ। ਅਗਰ ਕੁਝ ਵੀ ਨਹੀਂ ਕੀਤਾ ਹੋਇਆ ਤੇ ਇੰਡੈਕਸ ਫਾਈਲ ਐਗਜ਼ਿਸਟ ਕਰਦੀ ਹੈ ਤਾਂ ਇੰਡੈਕਸ ਫਾਈਲ ਤੁਹਾਡੇ ਕੋਲ ਆਟੋਮੈਟਿਕ ਕੀ ਕਰੇਗੀ, ਲੋਡ ਹੋ ਜਾਏਗੀ, ਠੀਕ ਹੈ। ਸੋ ਉਹ ਇੰਡੈਕਸ ਫਾਈਲ ਲੈਟਸ ਸੇ ਜਿਵੇਂ ਆਹ ਫਾਈਲ ਹੈ, ਠੀਕ ਹੈ, ਇਹ ਫਾਈਲ ਆਪਣੇ ਕੋਲ ਲੋਡ ਹੋਗੀ ਐਂਡ ਇਹ ਲੋਡ ਇਹਦਾ ਕੰਟੈਂਟ ਕਿੱਥੇ ਵਾਪਸ ਭੇਜਿਆ ਗਿਆ, ਯੂਜ਼ਰ ਕੋਲ, ਯੂਜ਼ਰ ਦਾ ਜਿਹੜਾ ਕੰਟੈਂਟ ਹੈ ਉਹ ਵਾਪਸ ਕਿੱਥੇ ਆ ਗਿਆ, ਬ੍ਰਾਊਜ਼ਰ। So this is the entire process how your domain name system resolves the domain name to the corresponding IP address, and once it has been resolved, then the user directly forward the request to that particular IP address or that particular web server, and accordingly whatsoever rule you have defined on that particular web server, your content will be loaded back into the browser, ठीक है। सो ये सारा प्रोसेस होगा। हाँ जी स्टूडेंट्स, क्लियर है प्रोसेस? अगर किसी को डाउट है इस पॉइंट के ऊपर लेट मी नो। सर 8th पॉइंट रिपीट कर दो। हाँ जी 8th पॉइंट ਦੇ ਵਿੱਚ ਕੀ ਹੈ ਬੇਟਾ, 7th ਪॉइंट ਦੇ ਵਿੱਚ ਤੁਹਾਡੇ ਕੋਲ ਜਦੋਂ ਆਈਪੀ ਐਡਰੈਸ ਵਾਪਸ ਆ ਗਿਆ ਯੂਜ਼ਰ ਕੋਲ, 8th ਪॉइंट ਦੇ ਵਿੱਚ ਕੀ ਹੋ ਰਿਹਾ ਬੇਟਾ ਕਿ 8th ਪॉइंट ਦੇ ਵਿੱਚ ਉਹ ਕਹਿ ਰਿਹਾ ਕਿ example.com ਦਾ ਜੋ ਵੀ ਪੇਜ ਹੈ, ਜੋ ਵੀ ਵੈਬ ਪੇਜ ਹੈ ਉਹ ਮੈਨੂੰ ਚਾਹੀਦਾ। ਇਹ ਤਾਂ ਹੋ ਗਈ ਉਹਦੀ ਬੇਟਾ ਰਿਕੁਐਸਟ, ਠੀਕ ਹੈ ਨਾ। ਹੁਣ ਰਿਕੁਐਸਟ ਭੇਜਣੀ ਕਿੱਥੇ ਹੈ, ਉਹ ਡਾਇਰੈਕਟਲੀ ਜਿਹੜਾ ਆ ਆਈਪੀ ਐਡਰੈਸ ਦੇ ਉੱਪਰ ਮਸ਼ੀਨ ਹੈ ਜੋ ਵੀ, ਠੀਕ ਹੈ ਨਾ, ਉਹਨੂੰ ਜਨਰਲੀ ਅਸੀਂ ਵੈਬ ਸਰਵਰ ਕਹਿੰਦੇ ਹਾਂ। ਫॉर एग्जांपल अगर मैं फेसबुक ਨੂੰ ਐਕਸੈਸ ਕਰ ਰਿਹਾ ਤਾਂ ਮੈਂ ਕਲਾਇੰਟ ਹੋ ਗਿਆ, ਫੇਸਬੁਕ ਮੈਨੂੰ ਡੇਟਾ ਪ੍ਰੋਵਾਈਡ ਕਰ ਰਹੀ ਹੈ ਤਾਂ ਉਹ ਸਰਵਰ ਹੋ ਗਿਆ, ਠੀਕ ਹੈ। ਸੋ ਅਸੀਂ ਡਾਇਰੈਕਟਲੀ ਇਸ ਆਈਪੀ ਐਡਰੈਸ ਦੇ ਉੱਪਰ ਜੋ ਵੀ ਵੈਬ ਸਰਵਰ ਹੈ ਉਸ ਨੂੰ ਅਸੀਂ ਡਾਇਰੈਕਟਲੀ ਕਮਿਊਨੀਕੇਟ ਕਰਾਂਗੇ। ਐਂਡ ਇਸ ਵੈਬ ਸਰਵਰ ਨੇ ਕੀ ਕਰਨਾ ਹੈ, example.com ਦੇ ਉੱਪਰ ਜੋ ਵੀ डिफॉल्ट पेज है, डिफॉल्ट वेब पेज बेसिकली ਚੱਲਦਾ ਹੁੰਦਾ इंडेक्स ਵਾਲਾ। अगर इंडेक्स नहीं हैगा ਤਾਂ मैं ਜਿਵੇਂ ਦੱਸਿਆ ਕਿ ਫਾਈਲ ਦੀਆਂ ਲਿਸਟ, ਫੋਲਡਰ ਦੀ ਲਿਸਟ ਸ਼ੋ ਹੋ ਜਾਏਗੀ, ਫੋਲਡਰ ਦੇ ਵਿੱਚ ਕਿੰਨੀਆਂ ਫਾਈਲਸ ਨੇ ਸਾਰੀਆਂ ਲਿਸਟ ਸ਼ੋ ਹੋ ਜਾਣਗੀਆਂ, ਠੀਕ ਹੈ। अगर इंडेक्स पेज मौजूद है, इंडेक्स पेज अवेलेबल है ਤਾਂ इंडेक्स पेज ਦਾ ਕੰਟੈਂਟ ਕੀ ਹੋਏਗਾ, ਜਿਹੜਾ ਵੈਬ ਸਰਵਰ ਹੈ ਉਹ ਵਾਪਸ ਭੇਜ ਦੇਗਾ, ਐਂਡ ਜਿਹੜਾ ਉਹ ਵੈਬ ਪੇਜ ਭੇਜੇਗਾ ਉਸ ਦਾ ਜੋ ਕੰਟੈਂਟ ਹੈ ਉਹ ਸਾਰਾ ਕੀ ਹੋ ਜਾਏਗਾ ਬੇਟਾ, ਇੱਥੇ ਲੋਡ ਹੋ ਜਾਏਗਾ ब्राउजर ਦੇ ਵਿੱਚ। क्लियर है? यस सर। हाँ जी बाकियां ਨੂੰ क्लियर है? हाँ जी हाँ जी स्टूडेंट्स क्लियर है? यस सर। हाँ जी सर जी। ओके ओके, so then moving on to the next one, which is the DNS working. So ये बेटा अपने को कुछ थ्योरी पार्ट आ गया इसका। इसके ਵਿੱਚ ਕੀ ਹੈ, the process of DNS resolution involves converting a host name. So host name आ ਜਾਂਦਾ बेटा, ਇਹਨੂੰ domain name भी, this is also called domain name. So DNS ਦਾ process ਕੀ ਹੈ बेटा, DNS resolution ਕੀ ਕਰਦੀ ਹੈ, ਕਿਸੇ ਵੀ ਡੋਮੇਨ ਨੇਮ ਨੂੰ ਲਾਈਕ ਜਿਵੇਂ example.com ਹੈ ਉਸ ਨੂੰ ਉਸਦੇ ਕੰਪਿਊਟਰ ਫ੍ਰੈਂਡਲੀ ਆਈਪੀ ਐਡਰੈਸ 'ਚ ਕਨਵਰਟ ਕਰਦੀ ਹੈ। ਚਾਰ ਤਰ੍ਹਾਂ ਦੇ ਬੇਟਾ DNS ਸਰਵਰਸ ਹੁੰਦੇ ਨੇ ਇਨਵੋਲਵਡ ਇਨ ਲੋਡਿੰਗ ਅ ਵੈਬ ਪੇਜ। ਇੱਕ ਵੈਬ ਪੇਜ ਨੂੰ ਫਾਈਨਲੀ ਵੈਬ ਪੇਜ ਨੂੰ ਆਪਾਂ ਲੋਡ ਕਰਨਾ ਹੈ, ਉਸ ਨੂੰ ਲੋਡ ਕਰਨ ਦੇ ਲਈ ਚਾਰ DNS ਸਰਵਰਸ ਕੰਮ ਕਰਦੇ ਨੇ। ਫਰਸਟ ਇਜ਼ ਕਾਲਡ DNS ਰਿਕਰਸਰ। DNS ਰਿਕਰਸਰ ਦਾ ਕੰਮ ਕੀ ਹੈ, DNS ਰਿਕਰਸਰ ਇਜ਼ ਅ ਸਰਵਰ designed to receive the queries from the client machine through applications such as web browser. DNS ਰਿਕਰਸਰ ਦਾ ਕੰਮ ਇਹ ਹੈ ਬੇਟਾ, ਇਹ ਇੱਕ ਤਰ੍ਹਾਂ ਦਾ ਸਰਵਰ ਹੁੰਦਾ ਹੈ, ਇਹ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੁੰਦਾ ਕਿ ਤਾਂ ਕਿ ਇਹ ਕਲਾਇੰਟ ਤੋਂ, ਕਲਾਇੰਟ ਮਸ਼ੀਨ ਕਲਾਇੰਟ ਕੌਣ ਹੁੰਦਾ ਹੈਗਾ, ਜਿਹੜਾ ਵੀ ਰਿਕੁਐਸਟ ਕਰ ਰਿਹਾ ਹੈਗਾ। ਜਿਵੇਂ ਮੰਨ ਲਓ ਮੈਂ ਬਰਾਊਜ਼ਰ ਦੇ ਉੱਪਰ google.com ਲਿਖ ਰਿਹਾ ਹੈਗਾ ਤਾਂ ਮੈਂ ਕਲਾਇੰਟ ਹਾਂ, ਤਾਂ ਇੱਕ ਕਲਾਇੰਟ ਤੋਂ ਕੀ ਕਰਦਾ ਹੈ, ਕਲਾਇੰਟ ਦੀ ਮਸ਼ੀਨ ਤੋਂ ਐਪਲੀਕੇਸ਼ਨਸ ਦੇ ਥਰੂ, ਐਪਲੀਕੇਸ਼ਨ ਕਿਹੜੀ ਯੂਜ਼ ਕਰੂੰਗਾ ਮੈਂ, ਵੈਬ ਬਰਾਊਜ਼ਰ। ਤਾਂ ਮੇਰੇ ਵੈਬ ਬਰਾਊਜ਼ਰ ਦੇ ਥਰੂ ਜੋ ਵੀ ਮੇਰੀ ਕਿਊਰੀ ਹੈ, ਜੋ ਵੀ ਮੈਂ ਚੀਜ਼ ਫੈਚ ਕਰਨੀ ਚਾਹੁੰਦਾ, ਉਸ ਕਿਊਰੀ ਨੂੰ ਕੀ ਕਰਦਾ ਹੈ, ਇਹ ਰਿਸੀਵ ਕਰਦਾ ਹੈਗਾ DNS ਰਿਕਰਸਰ ਦਾ। ਦੈਨ ਇਜ਼ ਦਾ ਰੂਟ ਨੇਮ ਸਰਵਰ। ਰੂਟ ਨੇਮ ਸਰਵਰ ਦਾ ਕੀ ਕੰਮ ਹੁੰਦਾ ਬੇਟਾ, ਦ ਰੂਟ ਸਰਵਰ ਇਜ਼ ਦਾ ਵੈਰੀ ਫਰਸਟ ਸਟੈਪ। ਜਿਹੜਾ ਰੂਟ ਸਰਵਰ ਹੈ ਉਹ ਕੀ ਹੁੰਦਾ, ਆਪਣੇ ਕੋਲ ਸਭ ਤੋਂ ਪਹਿਲਾ ਸਟੈਪ ਹੁੰਦਾ, ਤੁਸੀਂ ਇੱਥੇ ਦੇਖੋਗੇ ਪੁਰਾਣੀ ਸਲਾਈਡ ਦੇ ਵਿੱਚ ਧਿਆਨ ਨਾਲ ਦੇਖੋ, ਜਿਹੜਾ ਰੂਟ ਸਰਵਰ ਹੈ ਆਪਣੇ ਕੋਲ, ਠੀਕ ਹੈ ਨਾ। ਸੋ ਦਿਸ ਇਜ਼ ਦਾ ਰੂਟ ਸਰਵਰ, ठीक है, देख पा रहे हो, दिस इज द रूट सर्वर। ओके,
ਨਾਓ ਨੈਕਸਟ ਆਪਣੇ ਕੋਲ ਕੀ ਹੁੰਦਾ, ਸੋ ਇਹ ਕੀ ਹੈ ਰੂਟ ਸਰਵਰ ਬੇਟਾ, ਰੂਟ ਸਰਵਰ ਇਜ਼ ਦ ਵੈਰੀ ਫਰਸਟ ਸਟੈਪ in translating the human readable host name into IP address. So host name ਨੂੰ IP address ਚ translate ਕਰਨ ਦੇ ਲਈ ਜਿਹੜਾ very first step ਹੈ ਉਹ ਹੁੰਦਾ root name service. Then comes the TLD, that is the top level domain service. ਜਿਵੇਂ com ਹੋ ਗਿਆ, org ਵਾਲਾ ਹੋ ਗਿਆ, edu ਵਾਲਾ ਹੋ ਗਿਆ, then country accordingly ਹੋ ਗਿਆ, in ਹੋ ਗਿਆ, ac au ਹੋ ਗਿਆ, ca ਹੋ ਗਿਆ, ਠੀਕ ਹੈ ਇਦਾਂ ਕਰਕੇ। So ਇਹ ਕੀ ਹੁੰਦਾ ਆਪਣੇ ਕੋਲ, the top level domain server can be thought of as a specific rack of books in a library. ਜਿਵੇਂ ਇੱਕ ਲਾਇਬ੍ਰੇਰੀ ਦੇ ਵਿੱਚ ਤੁਸੀਂ ਦੇਖਦੇ ਹੁੰਦੇ ਨਾ ਕਿ ਕੰਪਿਊਟਰ ਦੇ ਸੈਕਸ਼ਨ ਦੀਆਂ ਕਿਤਾਬਾਂ ਅੱਡ ਪਈਆਂ ਨੇ, ਲੈਟਸ ਸੇ ਮਕੈਨੀਕਲ ਦੀਆਂ ਅੱਡ ਪਈਆਂ, ਇਲੈਕਟ੍ਰੀਕਲ ਦੀਆਂ ਅੱਡ ਪਈਆਂ, ਇਦਾਂ ਹੀ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਕੌਮ ਵਾਲਾ ਸੈਕਸ਼ਨ ਹੈ ਯਾਨੀ ਕੌਮ ਵਾਲੀ ਟੌਪ ਲੈਵਲ ਡੋਮੇਨ ਹੈ, ਉਸ ਦੇ ਵਿੱਚ ਜਿਹੜੇ ਉਸ ਦੇ ਵਿੱਚ ਜਿੰਨੀਆਂ ਵੀ ਫਰਦਰ ਸਬ ਡੋਮੇਨਸ ਜਾਂ ਜਿੰਨੇ ਵੀ ਫਰਦਰ ਜੋ ਡੋਮੇਨ ਨੇਮਸ ਸਟੋਰਡ ਨੇ, ਠੀਕ ਹੈ, ਉਹ ਪਈਆਂ ਨੇ। ਐਂਡ ਸੇਮ ਵਾਈਜ਼ ਈਡੀਯੂ ਵਾਲੇ ਚ ਈਡੀਯੂ ਵਾਲਾ ਪਿਆ ਡਾਟਾ, ਲੈਟਸ ਸੇ ਕੰਟਰੀ ਵਾਲੇ ਦੇ ਵਿੱਚ ਕੰਟਰੀ ਵਾਲਾ ਡਾਟਾ ਪਿਆਗਾ। ਸੋ ਇਸ ਤਰ੍ਹਾਂ ਤੁਸੀਂ ਇਸਨੂੰ ਜ਼ੂਮ ਕਰ ਸਕਦੇ ਹੋ। ਸੋ ਦਿਸ ਇਜ਼ ਦ TLD। ਸੋ ਫਰਸਟ ਆ ਗਿਆ ਰੂਟ ਨੇਮ ਸਰਵਰ, ਦੈਨ ਸੋ ਕੀ ਹੋ ਗਿਆ ਬੇਟਾ ਆਪਣੇ ਕੋਲ, ਦਿਸ ਇਜ਼ ਦ ਰਿਕਰਸਰ ਪਾਰਟ, ਠੀਕ ਹੈ, ਇਹ ਰਿਕੁਐਸਟ ਲੈ ਰਹੇ ਆ, ਦੈਨ ਰੂਟ ਨੇਮ ਸਰਵਰਸ ਆ ਗਏ, ਦੈਨ ਨੇਮ ਸਰਵਰਸ ਆ ਗਏ, ਠੀਕ ਹੈ, ਨੇਮ ਸਰਵਰਸ ਆ ਗਏ ਫॉर व्हाट, फॉर सब लेवल, फॉर टॉप लेवल। so this is top level। then the next is authoritative name servers। ਇਹ ਕਿਹੜੇ ਸਰਵਰਸ ਹੁੰਦੇ ਬੇਟਾ, this is the final name servers and can be thought of as a dictionary on a rack of books in which a specific name can be translated into a definition। so ਇਸ ਦੇ ਵਿੱਚ ਤੁਸੀਂ ਕੀ ਸੋਚ ਸਕਦੇ ਹੋ ਬੇਟਾ, ਜਿਵੇਂ ਰੂਟ ਨੇਮ ਸਰਵਰ ਤੁਸੀਂ ਮੰਨ ਲਓ ਜਿਵੇਂ ਇੱਕ ਤੁਹਾਡੀ ਲਾਇਬ੍ਰੇਰੀ ਹੈ, so this is library, ਠੀਕ ਹੈ। ਟੌਪ ਲੈਵਲ ਡੋਮੇਨ ਲਾਇਬ੍ਰੇਰੀ ਦੇ ਵਿੱਚ ਡਿਫਰੈਂਟ ਸੈਕਸ਼ਨਸ, ਜਿਵੇਂ ਮਕੈਨੀਕਲ ਹੋ ਗਿਆ, ਠੀਕ ਹੈ, ਜਾਂ CSC ਹੋ ਗਿਆ, ਜਾਂ ਠੀਕ ਹੈ CSC ਕਮ IT ਹੋ ਗਿਆ, ਠੀਕ ਹੈ ਨਾ, ਜਾਂ ਉਸ ਤੋਂ ਬਾਅਦ ਇਲੈਕਟ੍ਰੀਕਲ ਹੋ ਗਿਆ, ਠੀਕ ਹੈ, ਇਦਾਂ ਤੁਸੀਂ ਇਸਨੂੰ ਸੋਚ ਸਕਦੇ। ਅਥਾਰਟੇਟਿਵ ਨੇਮ ਸਰਵਰ ਕੀ ਹੁੰਦਾ ਬੇਟਾ, ਇਨਾਂ ਪਾਰਟਿਕੂਲਰ ਸੈਕਸ਼ਨ ਦੇ ਵਿੱਚ ਕਿਹੜੀਆਂ ਬੁੱਕਸ ਨੇ, ਕਿਹੜੀਆਂ ਬੁੱਕਸ ਦੀ ਲਿਸਟ ਲੱਗੀ ਹੋਈ ਹੈ, ਡਿਕਸ਼ਨਰੀ ਇੱਕ ਤਰ੍ਹਾਂ ਨਾਲ, ਹਨਾ, ਤੁਸੀਂ ਉਸ ਸੋਚ ਸਕਦੇ ਹੋ। ਸੋ ਟੌਪ ਲੈਵਲ ਡੋਮੇਨ ਯਾਨੀ ਕੌਮ ਦੇ ਵਿੱਚ ਕਿਹੜਾ ਡੇਟਾ ਪਿਆਗਾ, ਠੀਕ ਹੈ, ਉਹ ਜਿਹੜਾ ਡੇਟਾ ਹੈ, ਠੀਕ ਹੈ, ਹਰ ਇੱਕ ਡੇਟਾ ਉਹ ਫਾਈਨਲੀ ਇੱਥੇ ਆਏਗਾ, ਦਿਸ ਵਨ, ਠੀਕ ਹੈ, ਜਿਵੇਂ ਆ ਹੋ ਗਿਆ, ਫਿਰ ਆ ਹੋ ਗਿਆ, ਫਿਰ ਆ ਹੋ ਗਿਆ, ਠੀਕ। ਸੋ ਦੈਟ ਇਜ਼ ਅ ਅਥਾਰਟੇਟਿਵ ਨੇਮ ਸਰਵਰ। ਸੋ ਇੱਥੇ ਜਿਹੜੀ ਫਾਈਨਲ ਜਿਹੜੀ ਕੌਮ ਤੋਂ ਬਾਅਦ ਜਿਹੜੀ ਰਿਕੁਐਸਟ ਜਾਏਗੀ ਉਹ ਅਥਾਰਟੇਟਿਵ ਨੇਮ ਸਰਵਰ ਤੋਂ ਜਾਏਗੀ, ਠੀਕ ਹੈ। ਜਿਵੇਂ ਆਪਾਂ ਇੱਥੇ ਦੇਖਿਆ ਸੀ ਕਿ ਸਭ ਤੋਂ ਪਹਿਲਾਂ ਇੱਥੋਂ ਰਿਕੁਐਸਟ ਗਈ, ਰਿਕੁਐਸਟ ਤੋਂ ਨੇਮ ਸਰਵਰ, ਦੈਨ ਨੇਮ ਸਰਵਰ ਨੇ, ਰੂਟ ਨੇਮ ਸਰਵਰ ਨੇ ਵਾਪਸ ਭੇਜਤਾ, ਫਿਰ ਆਈ ਟੌਪ ਲੈਵਲ ਡੋਮੇਨ ਦੇ ਸਰਵਰ ਕੋਲ, ਫਿਰ ਇੱਥੋਂ ਇੱਕ ਸਰਵਰ ਦੇ ਉੱਤੇ ਗਈ, ਦਿਸ ਇਜ਼ ਕਾਲਡ ਅਥਾਰਟੇਟਿਵ ਨੇਮ ਸਰਵਰ, ਇਸ ਨੂੰ ਅਥਾਰਟੇਟਿਵ ਨੇਮ ਸਰਵਰ ਕਹਿੰਦੇ। ਹਾਂਜੀ ਕਲੀਅਰ ਹੈ ਬੇਟਾ ਸਾਰਿਆਂ ਨੂੰ? Yes, sir. Okay, then moving on to the next one, this is how the IP address from the domain name can be identified। so ਉਹੀ ਚੀਜ਼ਾਂ ਬੇਟਾ ਬਾਰ-ਬਾਰ ਨੇ, ਇੱਥੇ presentation different ਹੈ। तो सब तो पहला इनफॉर्मेशन रिक्वेस्ट की जाती है, फिर ਜਿਹੜੇ रिकर्सिव DNS सर्वर्स ने उन्होंने पूछा जाता है, फिर वो फर्दर किनू पूछते हैं बेटा, नेम सर्वर्स ਨੂੰ पूछते हैं, फिर वो टॉप लेवल डोमेन सर्वर्स ਨੂੰ पूछते हैं, फिर वो अथॉरिटेटिव नेम सर्वर्स ਨੂੰ पूछते हैं, फिर आफ्टर दैट रिकॉर्ड रिट्रीव करता है। देखो आ चार सर्वर्स ने ਜਿਹੜੇ ਆਪਾਂ ਗੱਲ ਕੀਤੀ, so these are the four servers, ठीक है ना, ਇਹ ਉਹ ਚਾਰ सर्वर्स, एंड फाइनली ਸਾਨੂੰ आंसर मिल, ठीक है। सो इतने देखो ध्यान देना, अपने को इतने बनी हुई ने, ठीक है ना। सो दिस इज द केस, इतने अपने को बनया हुआ एंड इतने क्लाइंट है बेटा, क्लाइंट है, सो क्लाइंट रिक्वेस्ट कर रहे हैं, anyexample.com रिक्वेस्ट भेजी, पहला तो रिकर्सिव कोल गया, फिर उसने रूट नेम सर्वर ਨੂੰ भेजी, रूट नेम सर्वर ने वापस आंसर भेजता, फिर उसने टॉप लेवल डोमेन कोल भेजी, टॉप लेवल डोमेन ने आंसर भेजता, फिर उसने सब लेवल डोमेन को भेजा, सब लेवल डोमेन को आंसर आ गया, ठीक है। सो फाइनली वो अथॉरिटेटिव नेम सर्वर को चली जाएगी। सो बेटा कई बार पता की होंगे, जिवें मान लो इत्थे तां आपां एक वैबसाइट लई सी example.com, इस दे विच सब लेवल डोमेन नहीं है। फॉर एग्जांपल अगर मैं कहा कि लेट्स से एक इंस्टीट्यूट का नाम ले लेने आपां inst.ac.in। ਹੁਣ ਇੱਥੇ ਬੇਟਾ ਦੇਖੋ ਧਿਆਨ ਦੇ ਨਾਲ, ਇੱਥੇ ਆ ਹੋਗੀ ਆਪਣੇ ਕੋਲ ਟੌਪ ਲੈਵਲ ਡੋਮੇਨ, ਦਿਸ ਇਜ਼ TLD, ਐਂਡ ਇਹ ਹੋਗੀ ਆਪਣੇ ਕੋਲ ਸਬ ਲੈਵਲ ਡੋਮੇਨ, ਦਿਸ ਇਜ਼ SLD। ਸੋ ਇੱਥੇ ਇੱਕ ਸਟੈਪ ਐਕਸਟਰਾ ਹੋ ਗਿਆ, ਠੀਕ ਹੈ। ਤਾਂ ਤੁਸੀਂ ਇੱਥੇ ਕੀ ਕਰ ਸਕਦੇ ਹੋ, ਇੱਥੇ ਟੌਪ ਲੈਵਲ ਡੋਮੇਨ ਤੋਂ ਬਾਅਦ ਯੂ ਕੈਨ ਆਲਸੋ ਸੇ
कि शायद सब लेवल डोमेन कोड भी जा सकता है डिपेंडिंग अपॉन आईपी एड्रेस किस डिपेंडिंग अपॉन डोमेन नेम किस तरह, ठीक है। सो फाइनली इथों इस तो बाद की जा सकता है, इस तो बाद एक अथॉरिटेटिव नेम सर्वर कोल डेफिनेटली जाएगा। हाँ जी क्लियर है बेटा। फाइनली जो सारा कुछ हो जाता है तो फिर अपने को आईपी एड्रेस अपन को वापस मिल जाता है। हाँ जी क्लियर सारा, yes sir, ठीक है। हाँ जी कोई डाउट डोमेन नेम सिस्टम ਦੇ ਵਿੱਚ अगेन स्टूडेंट्स क्वेश्चन कैन कम इन 5 मार्क्स, सो अगर डाउट है तो पूछ लो। ओके एवरीवन, इज इट ओके? ठीक हो गया? डोमेन नेम सिस्टम क्लियर एवरीवन? yes sir, ओके हाँ जी बाकी हाँ जी सर। ठीक है जी। हाँ जी सर। ओके सो द नेक्स्ट टॉपिक इज OSI मॉडल, ठीक है। नेटवर्किंग दी लैंग्वेज ਦੇ ਵਿੱਚ ਬੇਟਾ ਇਹ ਮॉडल बहुत ज़्यादा इंपॉर्टेंट है, ठीक है। OSI, what is OSI? now OSI stands for Open Systems Interconnection, full form आ जाती है, you can note it down, ठीक है। 1 मार्क्स ਦੇ ਵਿੱਚ full form ਆ ਜਾਂਦੀ ਹੈ इसकी। ਇਹਨੂੰ ਡਿਵੈਲਪ ਕਿਹਨੇ ਕੀਤਾ ਸੀ ਬੇਟਾ? ISO ਨੇ, ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਫ ਸਟੈਂਡਰਡ, ਠੀਕ ਹੈ ਨਾ, ਇੰਟਰਨੈਸ਼ਨਲ ਸਟੈਂਡਰਡ ਆਰਗੇਨਾਈਜੇਸ਼ਨ ਕਹਿ ਦਿੰਦੇ ਬੇਸਿਕਲੀ 1984 ਦੇ ਵਿੱਚ। ਇਹ ਹੈ ਕੀ ਚੀਜ਼ ਹੈ? ਨਾਓ what is this? It is a 7-layer architecture with each layer having specific functionality to perform. All these 7-layer work collaboratively to transmit the data from one person to another person across the globe. बेटा देखो होया की सी, ਜਦੋਂ ਨੈਟਵਰਕਿੰਗ ਨਿਕਲ ਕੇ ਆਈ, ਨੈਟਵਰਕਿੰਗ ਦਾ ਕੰਮ ਸ਼ੁਰੂ ਹੋਇਆ, ਡੇਟਾ ਟ੍ਰਾਂਸਮਿਸ਼ਨ ਸ਼ੁਰੂ ਹੋਈ, ਤਾਂ ਉਦੋਂ ਇੱਕ ਰੂਲ ਬਣਾਇਆ ਗਿਆ, ਇੱਕ ਪ੍ਰੋਟੋਕੋਲ ਆਪਾਂ ਕਹੀਏ ਵੀ ਇੱਕ ਆਰਕੀਟੈਕਚਰ ਡਿਜ਼ਾਈਨ ਕੀਤਾ ਗਿਆ ਕਿ ਇੱਕ ਮਸ਼ੀਨ ਤੋਂ ਲੈ ਕੇ ਦੂਸਰੀ ਮਸ਼ੀਨ ਤੱਕ किस तरह डेटा पहुंचता है, ठीक है ना, एक मशीन तो दूसरी मशीन तक किस तरह डेटा पहुंचता है। देखो बेटा ये लेयर्स कोई इदा तो है नहीं भी जिवें प्रिंटर हुंदा इदा कोई फिजिकली लेयर्स एग्जिस्ट करती हैं, नो देयर इज नो फिजिकल एग्जिस्टेंस, फिजिकली नहीं एग्जिस्ट करती है, इट इज ओनली अ कॉन्सेप्ट, ठीक है। एक कॉन्सेप्ट है जिहड़ा OSI मॉडल है, ये तो बेटा वैसे ही प्योरली थ्योरेटिकल मॉडल, पर इसनूं समझना इस करके जरूरी है क्योंकि OSI मॉडल तो बाद एक मॉडल होर बनिया सी TCP/IP, ठीक है, वो भी आप देखेंगे। TCP/IP मॉडल was used practically to design various protocols for various services. TCP/IP ਨੂੰ यूज किया गया बेटा प्रोटोकॉल डिजाइन करने। प्रोटोकॉल इज व्हाट? प्रोटोकॉल इज रूल एंड रेगुलेशंस फॉर कम्युनिकेशन, ठीक है। फॉर एग्जांपल अगर ईमेल करते हो तो उसके लिए भी कुछ रूल्स एंड रेगुलेशंस होंदियां ने, किसी चीज इस जगह तो फाइल ट्रांसफर करते हो उसके लिए भी रूल्स एंड रेगुलेशंस होंदियां ने। सो इदां अपने कोल ये चलता है। OSI की सी? OSI वाज द फर्स्ट मॉडल। इस दे विच इन्हां ने की कीता सी बेटा, थ्योरेटिकली 7 लेयर्स हैज बीन डिजाइंड, 7 लेयर्स इस च बनाईयां गईयां सी। फर्स्ट इज फिजिकल एंड ये मन्निया गया सी कि हर एक सिस्टम के ऊपर ये 7 लेयर एग्जिस्ट करनगे, ठीक है। The first is physical, second is data link, third is network, fourth is transport, fifth is session, sixth is presentation, and seventh is application. हाँ जी बेटा इतने तक माड़ा जिहा पता लग गया? हाँ जी। ठीक है हुण बेटा स्टार्टिंग करते हैं आपां। सब तो पहला ये समझो जदों डेटा सेंड होना है, ठीक है, जदों डेटा सेंड होना है तो सेंड हमेशा उपरों होएगा, ठीक है, सेंड हमेशा उपरों होएगा फ्रॉम दिस, ओके।